ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾ। ਸਲੋਕ। ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ। ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ। ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਪੌੜੀ। ਰਾਰਾ ਰੰਗ ਹੋਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸੁਭ ਦੇਊ। ਵਾ ਮਹਿਲੀ ਪਾਵੇ ਤੂੰ ਵਾਸਾ, ਜਨਮ ਮਰਨ ਨ ਹੋਏ ਵਿਨਾਸਾ। ਮਸਤਕ ਕਰਮ ਲਿਖਿਓ ਧੁਰ ਜਾਂਕੈ, ਹਰ ਸੰਪੈ ਨਾਨਕ ਘਰ ਤਾਕੈ। ਮਸਤਕ ਕਰਮ ਲਿਖਿਓ ਧੁਰ ਜਾਂਕੈ, ਹਰ ਸੰਪੈ ਨਾਨਕ ਘਰ ਤਾਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਸਰਬ ਕਲਾ ਸਮਰਾਤ, ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ 52 ਅੱਖਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ 52 ਅੱਖਰੀ ਉਚਾਰਨ ਕੀਤੀ ਹੋਈ ਗੌੜੀ ਰਾਗ ਦੇ ਵਿੱਚ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਲੋਕ ਦੁਆਰਾ ਸਮਝਾ ਰਹੇ ਹਨ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਕਿ ਜਾਸ ਜਿਸ ਪੁਰਸ਼ ਦੇ ਤਾਈ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ, ਉਸ ਪੁਰਖ ਦੇ ਮਾਇਆ ਆਦਿਕ ਦੇ ਬੰਧਨ ਟੁੱਟ ਗਏ ਹਨ। ਟੂਟੇ ਬੰਧਨ ਜਾਸ ਕੇ, ਜਾਸ ਜਿਸ ਪੁਰਸ਼ ਦੇ ਤਾਈ ਸ੍ਰੇਸ਼ਟ ਜਨਾਂ ਦੀ ਸਾਧੂ ਜਨਾਂ ਦੀ ਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ, ਉਸ ਪੁਰਖ ਦੇ ਮਾਇਆ ਆਦਿਕ ਦੇ ਬੰਧਨ ਬੰਨਣ ਹਨ ਜਿਹੜੇ ਉਹ ਟੁੱਟ ਗਏ ਹਨ। ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮੁਖ ਜਨ ਇੱਕ ਅਦਵੈਤ ਰੂਪ ਪਰਮੇਸ਼ਰ ਦੇ ਰੰਗ ਦੇ ਵਿੱਚ, ਪ੍ਰੇਮ ਦੇ ਵਿੱਚ ਰੰਗੇ ਹੋਏ ਹਨ। ਨਾਨਕ ਗੂੜਾ ਰੰਗ, ਉਹਨਾਂ ਨੂੰ ਗੂੜਾ ਡਾਢਾ ਸੰਘਣਾ ਭਗਤੀ ਦਾ ਰੰਗ ਚੜ੍ਹ ਗਿਆ ਹੈ। ਜਿਸ ਪੁਰਸ਼ ਦੇ ਤਾਈ ਸ੍ਰੇਸ਼ਟ ਜਨਾਂ ਦੀ ਸੰਗਤ ਪ੍ਰਾਪਤ ਹੋਈ ਹੈ, ਗੁਰੂ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਹੈ, ਉਸ ਪੁਰਸ਼ ਦੇ ਮਾਇਆ ਆਦਿਕ ਦੇ ਬੰਧਨ ਟੁੱਟ ਗਏ ਹਨ। ਜੋ ਰਾਤੇ ਰੰਗ ਏਕ ਕੈ, ਸਤਿਗੁਰੂ ਜੀ ਕਥਨ ਕਰਦੇ ਹਨ ਜਿਹੜੇ ਗੁਰਮੁਖ ਜਨ ਏਕ ਇੱਕ ਅਦਵੈਤ ਰੂਪ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ। ਨਾਨਕ ਗੂੜਾ ਰੰਗ, ਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨੂੰ ਗੂੜਾ ਡਾਢਾ ਸੰਘਣਾ ਭਗਤੀ ਦਾ ਰੰਗ ਚੜ੍ਹ ਗਿਆ ਹੈ। ਉਹਨਾਂ ਨੂੰ ਗੂੜਾ ਰੰਗ ਸੰਘਣਾ ਆਤਮਾਨੰਦ ਪ੍ਰਾਪਤ ਹੋਇਆ ਹੈ। ਅੱਗੇ ਪੌੜੀ ਦੁਆਰਾ ਮਹਾਰਾਜ ਜੀ ਕਥਨ ਕਰਦੇ ਹਨ, ਰਾਰਾ ਰੰਗੋ ਯਾ ਮਨ ਆਪਣਾ। ਗੁਰੂ ਅਰਜਨ ਦੇਵ ਮਹਾਰਾਜ ਜੀ 52 ਅੱਖਰੀ ਜੋ 52 ਅੱਖਰਾਂ ਵਾਲੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ 52 ਅੱਖਰੀ ਉਚਾਰਨ ਕੀਤੀ ਹੈ, ਉਸ ਦੇ ਵਿੱਚ ਰਾਰੇ ਅੱਖਰ ਦੁਆਰਾ ਕਥਨ ਕਰਦੇ ਹਨ, ਰੰਗੋ ਯਾ ਮਨ ਆਪਣਾ, ਕਿ ਯਾ ਇਸ ਆਪਣੇ ਮਨ ਨੂੰ, ਆਪਣੇ ਅੰਤਸਕਰਨ ਨੂੰ, ਆਪਣੇ ਹਿਰਦੇ ਨੂੰ ਪ੍ਰੇਮ ਵਿੱਚ ਰੰਗਣਾ ਕਰੋ। ਜੋ ਪਰਮੇਸ਼ਰ ਨਾਲ ਪ੍ਰੇਮ ਕਰਨਾ ਹੈ ਕਿ ਆਪਣੇ ਮਨ ਨੂੰ ਉਸ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰੰਗਣਾ ਕਰੋ। ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਹੈ ਉਹਨਾਂ ਨੂੰ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਰੰਗ ਰੇਜ ਦੁਆਰਾ, ਰੰਗਣੇ ਜੋਗ ਦੁਆਰਾ ਨਾਮ ਰੂਪੀ ਜਲ, ਨਾਮ ਰੂਪੀ ਭਗਤੀ ਰੂਪੀ ਮੱਟੀ ਵਿੱਚ ਪਾ ਕੇ ਆਪਣੇ ਮਨ ਨੂੰ ਪ੍ਰੇਮ ਰੰਗ 'ਚ ਰੰਗਣਾ ਕਰੋ। ਜੋ ਨਾਮ ਰੂਪੀ ਜਲ ਹੈ, ਭਗਤੀ ਰੂਪੀ ਮੱਟੀ ਹੈ, ਕਿ ਨਾਮ ਰੂਪੀ ਜਲ ਪਾ ਕੇ ਭਗਤੀ ਰੂਪੀ ਮੱਟੀ ਦੇ ਵਿੱਚ ਆਪਣੇ ਮਨ ਨੂੰ ਪ੍ਰੇਮ ਰੰਗ ਵਿੱਚ ਰੰਗਣਾ ਕਰੋ। ਮਹਾਰਾਜ ਜੀ ਕਹਿਣ ਲੱਗੇ ਰੰਗ ਕਿਵੇਂ ਚੜ੍ਹਦਾ ਹੈ ਜੀ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹਰ ਹਰ ਨਾਮ ਜਪੋ ਜਪ ਰਸਨਾ। ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹੈ, ਨਾਸ ਕਰਨ ਵਾਲਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਜਪ ਹੋ ਜਪ ਰਸਨਾ, ਇਸ ਦੇ ਜਾਪ ਨੂੰ ਰਸਨਾ ਦੁਆਰਾ, ਜਿਹਬਾ ਦੁਆਰਾ ਜਪਣਾ ਕਰੋ। ਜੋ ਪਰਮੇਸ਼ਰ ਦਾ ਨਾਮ ਹੈ ਉਹ ਸਾਰਿਆਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਹਰਨ ਵਾਲਾ ਹੈ, ਪਾਪਾਂ ਨੂੰ ਹਰਾਉਣ ਵਾਲਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਸਾਰਿਆਂ ਪਾਪਾਂ ਨੂੰ ਹਰਾਉਣ ਵਾਲਾ ਹੈ, ਪਾਪਾਂ ਦਾ ਨਾਸ ਕਰਨ ਵਾਲਾ ਹੈ। ਜਪ ਹੋ ਜਪ ਰਸਨਾ, ਕਿ ਉਸ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੁਆਰਾ, ਜਿਹਬਾ ਦੁਆਰਾ ਜਪਣਾ ਕਰੋ, ਜਿਸ ਦੇ ਨਾਲ ਸਾਰੇ ਪਾਪ ਨਾਸ ਹੋ ਜਾਣਗੇ। ਫਿਰ ਜਦੋਂ ਸਾਰੇ ਪਾਪ ਨਾਸ ਹੋ ਗਏ ਤੇ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲਣ ਲੱਗ ਪਿਆ,
ਤਾਂ ਰੇ ਰੇ ਦਰਗਹਿ ਕਹੈ ਨਾ ਕੋ। ਫੇਰ ਤੁਹਾਨੂੰ ਦਰਗਾਹ ਦੇ ਵਿੱਚ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਰੇ ਰੇ ਓਏ ਓਏ ਕੋਈ ਨਹੀਂ ਕਹੇਗਾ। ਆਓ ਬੈਠ ਆਦਰ ਸੁਭ ਦਿਓ ਕਿ ਉੱਥੇ ਆਦਰ ਸਤਕਾਰ ਮਿਲੇਗਾ। ਧਰਮ ਰਾਜ ਵੀ ਆਦਰ ਕਰੇਗਾ, ਕਹੇਗਾ ਆਓ ਬੈਠੋ ਜੀ, ਸ੍ਰੇਸ਼ਟ ਸਤਕਾਰ ਦੇਣਗੇ। ਫਿਰ ਵਾ ਮਹਿਲੀ ਪਾਵੇ ਤੂੰ ਵਾਸਾ, ਵਾ ਉਹਨਾਂ ਸਰੂਪ ਸਮੀਪ ਸਜੋ। ਸ਼ਲੋਕ ਕੈਵਲ ਮੁਕਤੀ ਤੁਰਿਆ ਪਦ, ਆਦ ਮਹਿਲਾਂ ਵਿੱਚ ਤੂੰ ਵਾਸਾ ਪਾਉਣਾ ਕਰੇਗਾ। ਜਨਮ ਮਰਨ ਨ ਹੋਏ ਵਿਨਾਸਾ, ਜਨਮ ਮਰਨ ਨ ਹੋਏ ਵਿਨਾਸਾ, ਕਿ ਜਿੱਥੇ ਜਨਮ ਮਰਨ ਅਤੇ ਦੇਹ ਦੇ ਖੱਟ ਵਿਕਾਰਾਂ 'ਚ ਵਿਨਾਸਾ ਨਾਸ ਨਹੀਂ ਹੋਈਦਾ, ਕਿ ਉਸ ਤੁਰਿਆ ਪਦ ਮਹਿਲਾਂ ਦੇ ਵਿੱਚ ਵਾਸਾ ਪਾਉਣਾ ਕਰੇਗਾ। ਮਸਤਕ ਕਰਮ ਲਿਖਿਓ ਧੁਰ ਜਾ ਕੈ। ਮਹਾਰਾਜ ਜੀ ਕਹਿਣ ਲੱਗੇ, ਜਿਨ੍ਹਾਂ ਦੇ ਅੰਤਰਜਾਮੀ ਨੇ ਕੀਤੇ ਨਿਸਕਾਮ ਕਰਮਾਂ ਦੁਆਰਾ ਮੁੱਢ ਤੋਂ ਹੀ ਮਸਤਕ ਮੱਥੇ ਤੇ ਚੰਗੇ ਕਰਮ ਲਿਖਣਾ ਕੀਤੇ ਹਨ। ਹਰ ਸੰਪੈ ਨਾਨਕ ਕਰ ਤਾਂ ਕੈ, ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹੀ ਹਰੀ ਅਕਾਲ ਪੁਰਖ ਦੇ ਨਾਮ ਦੀ ਸੰਪੈ, ਨਾਮ ਦੀ ਵਿਭੂਤੀ, ਕਿ ਨਾਮ ਦੀ ਰਾਸ, ਨਾਮ ਦੀ ਪੂੰਜੀ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਦੇ ਅੰਤਰਜਾਮੀ ਨੇ ਕੀਤੇ ਨਿਸਕਾਮ ਕਰਮਾਂ ਦੁਆਰਾ ਮੁੱਢ ਤੋਂ ਮਸਤਕ ਮੱਥੇ ਤੇ ਚੰਗੇ ਕਰਮ ਲਿਖਣਾ ਕੀਤੇ ਹਨ। ਹਰ ਸੰਪੈ ਨਾਨਕ ਘਰ ਤਾਂ ਕੈ, ਕਿ ਸਤਿਗੁਰੂ ਜੀ ਕਥਨ ਕਰਦੇ ਹਨ, ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ ਹੀ ਹਰੀ ਅਕਾਲ ਪੁਰਖ ਦੇ ਨਾਮ ਦੀ ਸੰਪੈ ਵਿਭੂਤੀ ਹੈ, ਨਾਮ ਦੀ ਰਾਸ ਹੈ। ਅਗਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਸਲੋਕ ਲਾਲਚ ਝੂਠ ਵਿਕਾਰ ਮੋਹ, ਵਿਆਪਤ ਮੂੜੇ ਅੰਧ, ਲਾਗ ਪਰੇ ਦੁਰਗੰਧ ਸਿਉ, ਨਾਨਕ ਮਾਇਆ ਬੰਦ। ਪੌੜੀ ਲੱਲਾ ਲਵਟ ਬਿਖੈ ਰਸ ਰਾਤੇ, ਅਹੰ ਬੁੱਧ ਮਾਇਆ ਮਦ ਮਾਤੇ। ਯਾ ਮਾਇਆ ਮੈਂ ਜਨਮ ਹੈ ਮਰਨਾ, ਜਿਉ ਜਿਉ ਹੁਕਮ ਤਿਵੈ ਤਿਉ ਕਰਨਾ। ਕੋ ਊਨ ਨਾ ਕੋ ਪੂਰਾ, ਕੋ ਸੋ ਕਰ ਨਾ ਕੋ ਮੂਰਾ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਠਾਕੁਰ ਸਦਾ ਅਲਿਪਨਾ। ਅਗਲੇ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਦੇ ਵਿੱਚ ਸਮਝਾ ਰਹੇ ਹਨ, ਲਾਲਚ ਝੂਠ ਵਿਕਾਰ ਮੋਹ, ਕਿ ਝੂਠੇ ਪਦਾਰਥਾਂ ਦੇ ਲਾਲਚ, ਝੂਠ ਬੋਲਣ ਵਿੱਚ ਵਿਕਾਰ, ਵਿਸ਼ੇ ਵਿਕਾਰਾਂ ਅਤੇ ਸਰੀਰਾਂ ਦੇ ਮੋਹ ਕਰਕੇ ਵਿਆਪਤ ਮੂੜੇ ਅੰਧ, ਮੂੜੇ ਮੂਰਖ, ਅੰਧ ਅਗਿਆਨੀ ਪੁਰਖ ਇਹਨਾਂ 'ਚ ਵਿਆਪਤ ਹੋ ਰਹੇ ਹਨ, ਫਸ ਰਹੇ ਹਨ। ਭਾਵ ਉਹਨਾਂ ਦੀ ਪਰਮਾਰਥ ਰੂਪ ਨਿਗਾਹ ਨਹੀਂ ਹੈ। ਪਰਮੇਸ਼ਰ ਨੂੰ ਮਿਲਣ ਵਾਸਤੇ, ਪਰਮੇਸ਼ਰ ਨੂੰ ਮਿਲਣ ਵੱਲ ਨਿਗਾਹ ਨਹੀਂ ਹੈ। ਲਾਲਚ ਝੂਠ ਵਿਕਾਰ ਮੋਹ, ਵਿਆਪਤ ਮੂੜੇ ਅੰਧ, ਝੂਠੇ ਪਦਾਰਥਾਂ ਦੇ ਲਾਲਚ, ਝੂਠ ਬੋਲਣ ਵਿੱਚ ਤੇ ਵਿਸ਼ੇ ਵਿਕਾਰਾਂ ਅਤੇ ਸਰੀਰਾਂ ਦੇ ਮੋਹ ਕਰਕੇ ਵਿਆਪਤ ਮੂੜੇ ਅੰਧ, ਮੂੜੇ ਮੂਰਖ, ਅੰਧ ਅਗਿਆਨੀ ਪੁਰਸ਼ ਇਹਨਾਂ 'ਚ ਵਿਆਪਤ ਹੋ ਰਹੇ ਹਨ, ਫਸ ਰਹੇ ਹਨ। ਭਾਵ ਉਹਨਾਂ ਦੀ ਪਰਮਾਰਥ ਰੂਪ ਨਿਗਾਹ ਨਹੀਂ, ਪਰਮੇਸ਼ਰ ਨੂੰ ਮਿਲਣ ਵਾਲੀ ਨਿਗਾਹ ਨਹੀਂ ਹੈ। ਲਾਗ ਪਰੇ ਦੁਰਗੰਧ ਸਿਉ, ਨਾਨਕ ਮਾਇਆ ਬੰਧ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੀਵ ਮਾਇਆ ਦੇ ਬੰਧਨਾਂ ਵਿੱਚ ਪੈਣ ਕਰਕੇ ਰਾਤ ਦਿਨ ਦੁਰਗੰਧ, ਖੋਟੀ ਵਾਸਨਾ ਦੇ ਨਾਲ ਲੱਗ ਕੇ ਪਰਚ ਰਹੇ ਹਨ। ਲਾਗ ਪਰੇ ਦੁਰਗੰਧ ਸਿਉ, ਨਾਨਕ ਮਾਇਆ ਬੰਧ। ਸਤਿਗੁਰੂ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ਕਿ
ਜੀਵ ਮਾਇਆ ਦੇ ਬੰਧਨਾਂ ਵਿੱਚ ਪੈਣ ਕਰਕੇ ਰਾਤ ਦਿਨ ਦੁਰਗੰਧ ਹੁੰਦਾ ਖੋਟੀ ਵਾਸ਼ਨਾ ਦੇ ਨਾਲ ਲੱਗ ਕੇ ਪਰਚ ਰਹੇ ਹਨ, ਖੁਸ਼ ਹੋ ਰਹੇ ਹਨ। ਰਹਾ ਪੌੜੀ ਦੇ ਅੰਦਰ ਸਮਝਾ ਰਹੇ ਹਨ, ਲੱਲਾ ਲਪਟ ਵਿਖੈ ਰਸ ਰਾਤੇ, ਆਹਾਂ ਬੁੱਧ ਮਾਇਆ ਮਦ ਮਾਤੇ। ਕਿ ਲੱਲੇ ਅੱਖਰ ਦੁਆਰਾ ਗੁਰੂ ਜੀ ਕਥਨ ਕਰਦੇ ਹਨ ਕਿ ਇਹ ਜੀਵ ਲੰਪਟ ਹੋ ਕੇ ਵਿਖੈ ਵਿਸ਼ਿਆਂ ਦੇ ਰਸ ਹੁੰਦਾ ਸਵਾਦ ਵਿੱਚ ਰਾਤੇ ਹਨ, ਰੰਗੇ ਹੋਏ ਹਨ। ਲੱਲੇ ਅੱਖਰ ਦੁਆਰਾ ਗੁਰੂ ਜੀ ਕਥਨ ਕਰਦੇ ਹਨ, ਲਾਪਟ ਵਿਖੈ ਰਸ ਰਾਤੇ, ਕਿ ਇਹ ਜੀਵ ਲੰਪਟ ਹੋ ਕੇ ਵਿਸ਼ਿਆਂ ਦੇ ਸਵਾਦ ਵਿੱਚ ਰੰਗੇ ਹੋਏ ਹਨ। ਆਹਾਂ ਬੁੱਧ ਮਾਇਆ ਮਦ ਮਾਤੇ, ਆਹਾਂ ਬੁੱਧ ਹੁੰਦਾ ਹੰਕਾਰ ਵਾਲੀ ਬੁੱਧੀ ਕਰਕੇ ਮਾਇਆ ਦੇ ਨਸ਼ੇ ਵਿੱਚ ਮਸਤ ਹੋਏ ਰਹਿੰਦੇ ਹਨ। ਯਾ ਮਾਇਆ ਮੈਂ ਜਨਮ ਹੈ ਮਰਨਾ, ਕਿ ਯਾ ਇਸ ਮਾਇਆ ਵਿੱਚ ਲੱਗਣ ਕਰਕੇ ਜੀਵ ਨੂੰ ਜੰਮਣ ਮਰਨਾ ਹੁੰਦਾ ਹੈ। ਯਾ ਮਾਇਆ ਮੈਂ ਜਨਮ ਹੈ ਮਰਨਾ, ਕਿ ਯਾ ਇਸ ਮਾਇਆ ਮਹਿ ਵਿੱਚ ਲੱਗਣ ਕਰਕੇ ਜੀਵ ਨੂੰ ਜਨਮ ਹੈ ਜੰਮਣ ਮਰਨ ਹੁੰਦਾ ਹੈ। ਜਿਉਂ ਜਿਉਂ ਹੁਕਮ ਤਿਵੈ ਤਿਉਂ ਕਰਨਾ, ਕਿ ਜਿਵੇਂ ਜਿਵੇਂ ਪਰਮੇਸ਼ਰ ਦਾ ਹੁਕਮ ਹੁੰਦਾ ਹੈ ਤਿਵੇਂ ਤਿਵੇਂ ਜੀਵਾਂ ਨੂੰ ਕਰਨਾ ਪੈਂਦਾ ਹੈ। ਕੋਉ ਊਨ ਨਾ ਕੋਉ ਪੂਰਾ, ਆਪਣੇ ਆਪ ਨੂੰ ਕੋਈ ਊਨ ਘੱਟ ਹੈ ਨਾ ਕੋਈ ਪੂਰਾ ਪੂਰਨ ਹੈ। ਨਾ ਹੀ ਕੋਈ ਕੋਉ ਸੋ ਘਰ ਨਾ ਕੋਉ ਪੂਰਾ, ਕਿ ਨਾ ਹੀ ਕੋਈ ਸੋ ਘਰ ਚਾਤਰ ਹੈ ਨਾ ਹੀ ਕੋਈ ਮੂਰਾ ਮੂਰਖ ਹੈ। ਕੋਉ ਊਨ ਨਾ ਕੋਉ ਪੂਰਾ, ਕੋਉ ਸੋ ਘਰ ਨਾ ਕੋਉ ਮੂਰਾ। ਆਪਣੇ ਆਪ ਨਾ ਹੀ ਕੋਈ ਘੱਟ ਹੈ ਨਾ ਹੀ ਕੋਈ ਪੂਰਾ ਪੂਰਨ ਹੈ, ਨਾ ਹੀ ਕੋਈ ਚਾਤਰ ਹੈ ਨਾ ਹੀ ਕੋਈ ਮੂਰਖ ਹੈ। ਜਿਤ ਜਿਤ ਲਾਵੋ ਤਿਤ ਤਿਤ ਲੱਗਣਾ, ਜਿਤ ਜਿਤ ਜਿਸ ਜਿਸ ਕਰਮ ਵੱਲ ਉਹ ਪਰਮੇਸ਼ਰ ਲਾਉਂਦਾ ਹੈ, ਤਿਤ ਤਿਤ ਉਸ ਪਾਸੇ ਇਹ ਜੀਵ ਲੱਗਦਾ ਹੈ। ਮਹਾਰਾਜ ਜੀ ਸਮਝਾ ਰਹੇ ਹਨ, ਨਾਨਕ ਠਾਕਰ ਸਦਾ ਅਲਿਪਨਾ, ਕਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਉਹ ਪਰਮੇਸ਼ਰ ਹਮੇਸ਼ਾ ਪਾਪ ਪੁੰਨ ਤੋਂ ਅਲਿਪਨਾ ਨਿਰਲੇਪ ਹੈ। ਆਪ ਉਹ ਪਰਮੇਸ਼ਰ ਕਿ ਪਾਪਾਂ ਪੁੰਨਾਂ ਤੋਂ ਨਿਰਲੇਪ ਹੈ, ਪਰ ਜਿਸ ਜਿਸ ਕਰਮ ਵੱਲ ਉਹ ਪਰਮੇਸ਼ਰ ਇਹਨਾਂ ਜੀਵਾਂ ਨੂੰ ਲਾਉਂਦਾ ਹੈ ਉਸ ਪਾਸੇ ਇਹ ਜੀਵ ਲੱਗਣਾ ਕਰਦੇ ਹਨ। ਕਿ ਇਹ ਬ੍ਰਹਮ ਗਿਆਨ ਤੱਤ ਵੇਤਿਆਂ ਦੀ ਦ੍ਰਿਸ਼ਟੀ ਦਾ ਕਥਨ ਹੈ। ਉਹਨਾਂ ਦੀ ਦ੍ਰਿਸ਼ਟੀ 'ਚ ਐਸਾ ਹੈ ਜਿਵੇਂ ਸ਼ੇਰ 'ਤੇ ਕੋਈ ਸ਼ਾਸਤਰ ਚਲਾਵੇ। ਸ਼ੇਰ ਦਾ ਸ਼ਿਕਾਰ ਕਰਨ ਵਾਲੇ ਜਦੋਂ ਸ਼ਾਸਤਰ ਚਲਾਉਂਦੇ ਹਨ, ਉਹ ਸ਼ਾਸਤਰ ਵੱਲ ਨਹੀਂ ਦੇਖਦਾ, ਸ਼ੇਰ ਚਲਾਉਣ ਵਾਲੇ ਵੱਲ ਵੇਖਦਾ ਹੈ, ਕਿ ਚਲਾਉਣ ਵਾਲੇ ਦੀ ਅੱਖ ਵੱਲ ਵੇਖਦਾ ਹੈ, ਕਦੋਂ ਵਾਰ ਕਰੇਗਾ। ਇਸੇ ਪ੍ਰਕਾਰ ਬ੍ਰਹਮ ਗਿਆਨੀਆਂ ਦੀ ਨਦਰ ਵਾਹਿਗੁਰੂ 'ਤੇ ਹੀ ਹੈ, ਕਿ ਸਭ ਕੁਝ ਵਾਹਿਗੁਰੂ ਹੀ ਕਰਦਾ ਹੈ। ਵਾਹਿਗੁਰੂ ਸਤਿਗੁਰੂ ਜੀ ਹੀ ਕਰਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਪਰਮੇਸ਼ਰ ਹਮੇਸ਼ਾ ਪਾਪਾਂ ਪੁੰਨਾਂ ਤੋਂ ਅਲਿਪਨਾ ਨਿਰਲੇਪ ਹੈ। ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਗੰਭੀਰ ਅਥਾਹ, ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ। ਸਲੋਕ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਲਾਲ ਗੋਪਾਲ ਗੋਬਿੰਦ ਪ੍ਰਭ, ਕਿ ਗੋਪਾਲ ਗੋ ਪ੍ਰਿਥਵੀ ਦੀ ਪਾਲ ਪਾਲਣਾ ਕਰਨ ਵਾਲਾ, ਗੋਬਿੰਦ ਇੰਦਰੀਆਂ ਦੀ ਰੱਖਿਆ ਕਰਨ ਵਾਲਾ, ਗੁਰਾਂ ਦੀ ਬਾਣੀ ਕਰਕੇ ਬਿੰਦ ਹੁੰਦਾ ਪ੍ਰਾਪਤ ਹੋਣ ਯੋਗ,
प्रभु हरि वाहिगुरु लाल प्यारा, गहर डूंगा गंभीर निरहल, ते अथाह बेअंत है। लाल गोपाल गोविंद प्रभ, गहर गंभीर अथाह, के पृथ्वी की पालना करन वाला, इंद्रियां की रखिया करन वाला, गुणां की बाणी करके प्राप्त होण वाला, हरि वाहिगुरु प्यारा वाहिगुरु डूंगा ते निरहल अथाह बेअंत है। दूसर नाही आबर को, नानक बेपरवाह। सतगुरु जी कथन करते हैं कि उस बेपरवाह हरि वाहिगुरु लाल प्यारा, इच्छा तो रहत बेमथाज, परमेश्वर तो बिना उस वर्गा दूसरा अवर होर कोई नहीं है। दूसर नाही अवर को, नानक बेपरवाह। सतगुरु जी कथन करते हैं उस बेपरवाह हरि वाहिगुरु नाल दा कोई भी दूसरा नहीं। एको है भाई एको है, सतगुर मेरा एको है। एक सब तो बड़ा एक परमेश्वर अकाल पुरख ही है। उस दे वर्गा होर कोई भी नहीं है। पौड़ी लल्ला तां कह लवै न को, एक है आप आवर नह हो। लल्ले अखर द्वारा कथन करते हैं कि उस परमेश्वर दे लवै हुंदा सदरस बराबर दा होर कोई भी नहीं है। लल्ला तां कह लवै न को, लल्ले अखर द्वारा कथन करते हैं कि उस परमेश्वर दे लवै सदरस बराबर होर कोई भी नहीं है। एक है आप अवर न हो, एक है एक अद्वैत रूप परमेश्वर आप ही है। उस वर्गा होर कोई भी नहीं हो सकता। ना हुण है अते ना ही अगे नूं होवेगा। जिहो जिहा परमेश्वर है उस वर्गा कोई होर दूजा नहीं हो सकता। होवनहार होत सद आया, होवनहार होंद वाला परमेश्वर आप ही सद हमेशा हुंदा आया है। वा का अंत न काहूँ पाया, भाव भूत भविखत वर्तमान विच परिपूर्ण परमेश्वर ही हुंदा आया है। वा का अंत न काहूँ पाया, वा उस दा अंत किसे पासों भी नहीं पाया जा सकता। कीट हस्त में पूर समाने, प्रगट पुरख सब ठाऊं जाने। उस ओह परमेश्वर कीट कीड़ी तो लैके हस्त हाथी तक सारियां विच पूर्ण है, पूर्ण हो के समाने समा रहा है। भाव एक समान पूर्ण है। कीट हस्त में पूर समाने, ओह परमेश्वर कीट कीड़ी तो लैके हस्त हाथी तक सारिਆਂ ਵਿੱਚ पूर्ण हो के समा रहा है। भाव एक समान पूर्ण है। प्रगट पुरख सब ठाऊं जाने, गुरमुखां ने उस अकाल पुरख ਨੂੰ ਸਭ ਸਾਰਿਆਂ ਠਾऊं ਥਾਵਾਂ ਤੇ ਪ੍ਰਤੱਖ ਹੋ ਕੇ ਜਾਣਿਆ ਹੈ। ਜਿਵੇਂ ਕਈ ਕਰਾਮਾਤੀ ਸ਼ੰਕਾ ਕਰਦੇ ਹਨ कि हरि दी जोत की हरि दी जोत कीड़ी अंदर है। जिमें कई करामाती वाहिगुरु जिमें कई कर्म कांडी शंका करते हैं कि हरि दी जोत कीड़ी अंदर है। जे हाथी विच पा दईए तो एक कोने विच टिकी रहेगी। की पता लगेगा कि कीड़ी दी जोत है। कीड़ी छोटी हाथी इतना बड़ा यह सवाल करते हैं। न्यायिक कहते हैं कि मंदिर विच दीवा जगाइए, जितना बड़ा मंदिर होवेगा उतना कुछ दे प्रकाश का फैलाव हो जाता है। दोनों च यह मत भेद हैं। जिमें छोटे घड़े विच थोड़ा अनाज पवेगा, जितना कोई घर होवे उस च उतनी बैठक की थां हुंदी है। एक घटा आकाश दूजा
ਮਟਾ ਆਕਾਸ, ਜਿਵੇਂ ਚਿੰਦਾ ਆਕਾਸ ਬ੍ਰਹਮ ਸੁੱਧ ਹੈ, ਉਹਦੇ ਵਿੱਚ ਮੈਂ ਇੱਕ ਤੋਂ ਬਹੁਤੇ ਹੋਵਾਂ। ਮਾਇਆ ਸਵਲਪਣਾ ਘਟਾ ਆਕਾਸ ਦੀ ਨਿਆਈ ਈਸ਼ਰ ਬਣਿਆ ਹੈ। ਸਾਰੇ ਜੀਵ ਘਟਾ ਆਕਾਸ ਦੀ ਨਿਆਈ ਹਨ। ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਕਾਸ਼। ਇਸੇ ਪ੍ਰਕਾਰ ਮਾਇਆ ਦੀ ਉਪਾਧੀ ਕਰਕੇ ਈਸ਼ਰ ਨਾਮ ਹੈ, ਵਿਦਿਆ ਦੀ ਉਪਾਧੀ ਕਰਕੇ ਜੀਵ ਨਾਮ ਪਿਆ ਹੈ। ਇਹ ਉਪਾਧੀਆਂ ਘਟਾ ਆਕਾਸ ਤੇ ਮਟਾ ਆਕਾਸ ਆਦਿਕ ਕਰਕੇ ਬਣੀਆਂ ਹੋਈਆਂ ਹਨ। ਉਪਾਧੀਆਂ ਕੱਢ ਲਈਏ ਤਾਂ ਮਹਾ ਆਕਾਸ ਹੀ ਹੈ। ਇਸੇ ਤਰ੍ਹਾਂ ਉਪਾਧੀ ਭੇਦ ਕਰਕੇ ਜੋ ਕੀੜੀ ਅੰਦਰ ਜੋਤ ਪ੍ਰਤੀਤ ਹੁੰਦੀ ਹੈ, ਉਹੀ ਸਤਾ ਹਾਥੀ ਅੰਦਰ ਪੈ ਕੇ ਕੋਨੇ ਤੇ ਨਹੀਂ ਰਹਿੰਦੀ, ਉਹ ਸਾਰੇ ਵਿਆਪਕ ਹੈ। ਮੰਦਰ ਜਿਤਨਾ ਮਰਜੀ ਵੱਡਾ ਬਣਾਈਏ ਉਤਨਾ ਅੰਦਰ ਆਕਾਸ ਆ ਜਾਂਦਾ ਹੈ। ਘੜਾ ਬਣਾਈਏ ਘੜੇ ਜਿੰਨਾ ਅੰਦਰ ਆਕਾਸ ਆ ਜਾਂਦਾ ਹੈ। ਇਉਂ ਕੀੜੀ ਜਿੰਨਾ ਹੀ ਚੇਤਨ ਹੈ, ਹਾਥੀ ਵਿੱਚ ਹਾਥੀ ਜਿੰਨਾ ਚੇਤਨ ਹੈ। ਚੇਤਨ 'ਚ ਕੋਈ ਫਰਕ ਨਹੀਂ। ਜਾ ਕੋ ਦੀਨੋ ਹਰ ਰਸ ਆਪਣਾ, ਨਾਨਕ ਗੁਰਮੁਖ ਹਰ ਹਰ ਤਿਹ ਜਪਨਾ। ਜਾਂ ਕੋ ਦੀਨੋ ਹਰ ਰਸ ਆਪਣਾ, ਇਹ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਜਾਂ ਕੋ ਜਿਨ੍ਹਾਂ ਨੂੰ ਹਰ ਰਸ ਆਪਣਾ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਤਮ ਆਨੰਦ ਦਾ ਰਸ ਦੇਣਾ ਕੀਤਾ ਹੈ। ਨਾਨਕ ਗੁਰਮੁਖ ਹਰ ਹਰ ਤੇ ਜਪਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਿੰਨਾਂ ਗੁਰਮੁਖ ਜਨਾਂ ਨੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪਣਾ ਕੀਤਾ ਹੈ, ਕਿ ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਤਮ ਆਨੰਦ ਦਾ ਰਸ ਦੇਣਾ ਕੀਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਅੱਗੇ ਮਹਾਰਾਜ ਜੀ ਸਮਝਾ ਰਹੇ ਹਨ ਸ਼ਲੋਕ ਦੇ ਵਿੱਚ, ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜੇ ਮਾਣ। ਕਿ ਜਿਨ੍ਹਾਂ ਨੇ ਬ੍ਰਹਮ ਗਿਆਨ, ਜਿਨ੍ਹਾਂ ਨੇ ਬ੍ਰਹਮ ਦੀ ਪ੍ਰਾਪਤੀ ਵਾਲੇ ਆਤਮ ਰਸ ਨੂੰ ਜਾਣਿਆ ਹੈ, ਉਹ ਹਰੀ ਵਾਹਿਗੁਰੂ ਦੇ ਪ੍ਰੇਮ ਨੂੰ, ਰੰਗ ਨੂੰ ਸੁਤੇ ਸਿੱਧ ਮਾਣ ਦੇ ਭਾਵ ਭੋਗਦੇ ਹਨ। ਆਤਮ ਰਸ ਜਿਹ ਜਾਣਿਆ, ਜਿਨ੍ਹਾਂ ਨੇ ਬ੍ਰਹਮ ਦੀ ਪ੍ਰਾਪਤੀ ਵਾਲੇ ਆਤਮ ਰਸ ਨੂੰ ਜਾਣਿਆ ਹੈ, ਹਰ ਰੰਗ ਸਹਿਜੇ ਮਾਣ, ਉਹ ਹਰੀ ਵਾਹਿਗੁਰੂ ਦੇ ਪ੍ਰੇਮ ਰੰਗ ਨੂੰ ਸੁਤੇ ਸਿੱਧ ਮਾਣ ਦੇ ਭਾਵ ਭੋਗਦੇ ਹਨ। ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਖ ਪਿੱਛੇ ਵੀ ਧਨ ਸੀ, ਹੁਣ ਵੀ ਧਨ ਹਨ, ਅੱਗੇ ਵੀ ਧਨ ਹੋਣਗੇ। ਉਹਨਾਂ ਦੀ ਮਾਂ ਵੀ ਧਨ ਹੈ, ਪਿਤਾ ਵੀ ਧਨ ਹੈ, ਕਿਉਂਕਿ ਉਹਨਾਂ ਦੇ ਗੁਰੂ ਵੀ ਧਨ ਹਨ। ਉਹ ਸੰਸਾਰ 'ਤੇ ਆਏ ਹੋਏ ਪ੍ਰਵਾਣਿਕ ਭਾਵ ਸਫਲੇ ਹਨ, ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਤਮ ਆਨੰਦ ਦਾ ਰਸ ਦੇਣਾ ਕੀਤਾ ਹੈ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਣਾ ਕੀਤਾ ਹੈ, ਉਹ ਧਨ ਹਨ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ ਪੌੜੀ ਦੇ ਵਿੱਚ, ਆਇਆ ਸਫਲ ਤਾਹੂ ਕੋ ਗਨੀਐ। ਸੰਸਾਰ ਵਿੱਚ ਆਇਆ ਸਫਲਾ ਉਸ ਪੁਰਖ ਦਾ ਗਿਣੀਦਾ ਹੈ। ਆਇਆ ਸਫਲ ਤਾਹੂ ਕੋ ਗਨੀਐ, ਸੰਸਾਰ ਵਿੱਚ ਆਉਣਾ ਉਹਨਾਂ ਦਾ ਸਫਲ ਗਿਣੀਦਾ ਹੈ। ਜਾਸ ਰਸਨ ਹਰ ਹਰ ਜਸ ਭਨੀਐ, ਜਿਸ ਦੀ ਰਾਸਨ ਹੁੰਦਾ ਰਸਨਾ ਜੀਵ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਜਸ ਕਥਨ ਕਰਦੀ ਹੈ, ਕੀਰਤਨ ਕਰਦੀ ਹੈ, ਉਸ ਦੀ ਸਿਫਤ ਸਲਾਹ ਕਰਦੀ ਹੈ ਕਿ ਉਹਨਾਂ ਦਾ ਆਇਆ ਹੋਇਆ ਸਫਲਾ ਗਿਣੀਦਾ ਹੈ। ਆਏ ਵਸੇ ਸਾਧੂ ਕੈ ਸੰਗੇ, ਜੋ ਜਨਮ ਧਾਰ ਕੇ ਆਏ ਹਨ, ਉਹ ਸੁਰਤ ਸੰਭਾਲ ਕੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਵਸਦੇ ਹਨ। ਅਨ ਦਿਨ ਨਾਮ ਧਿਆਵਹਿ ਰੰਗੇ, ਜੋ ਅਨ ਦਿਨ ਰਾਤ ਦਿਨੇ ਅੰਮ੍ਰਿਤ ਨਾਮ ਨੂੰ ਪ੍ਰੇਮ ਨਾਲ ਧਿਆਉਂਦੇ ਹਨ।
ਕਿ ਉਹ ਸੁਰਤ ਸੰਭਾਲ ਕੇ ਸ੍ਰੇਸ਼ਟ ਮਹਾਤਮ ਜਨਾਂ ਦੀ ਸੰਗਤ ਵਿੱਚ ਵਸਦੇ ਹਨ। ਆਵਤ ਸੋ ਜਨ ਨਮ ਹੈ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਉਹ ਜਨ ਉਹ ਪੁਰਖ ਦਾ ਜਨਮ ਧਾਰ ਕੇ ਆਵਤ ਆਇਆ ਹੋਇਆ ਸਫਲਾ ਹੈ, ਜੋ ਨਾਮ ਹੈ ਨਾਮ ਵਿੱਚ ਰੰਗਿਆ ਗਿਆ ਹੈ। ਜਿਸ ਦੇ ਉੱਪਰ ਪਰਮੇਸ਼ਰ ਦਿਆਲੂ ਸਰੂਪ ਵਿਧਾਤਾ ਫਲਵਰ ਦਾਤਾ ਪਰਮੇਸ਼ਰ ਦੀ ਕਿਰਪਾ ਹੋਈ ਹੈ ਕਿ ਉਹ ਉਸ ਪੁਰਖ ਦਾ ਜਨਮ ਧਾਰ ਕੇ ਆਉਣਾ ਆਇਆ ਹੋਇਆ ਸਫਲਾ ਹੈ। ਇਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੈ ਦਰਸ ਸਮਾਇਆ। ਇਕ ਹੈ ਆਵਨ ਫਿਰ ਜੋਨ ਨਾ ਆਇਆ, ਉਹ ਇਸ ਦੇਹ ਵਿੱਚ ਇੱਕੋ ਵਾਰੀ ਆਇਆ ਹੈ। ਜਿਨ੍ਹਾਂ ਤੇ ਪਰਮੇਸ਼ਰ ਦੀ ਦਇਆ ਦ੍ਰਿਸ਼ਟੀ ਹੋਈ ਹੈ ਕਿ ਉਹ ਦੇਹ ਵਿੱਚ ਇੱਕੋ ਵਾਰ ਆਇਆ ਹੈ, ਮੁੜ ਕੇ ਜੋਨ ਨਾ ਆਇਆ, ਫਿਰ ਜੋਨ ਨਾ ਆਇਆ ਕਿ ਫਿਰ ਮੁੜ ਕੇ ਜੋਨੀ ਵਿੱਚ ਨਹੀਂ ਆਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਰੀ ਪਰਮੇਸ਼ਰ ਦੇ ਦਰਸ਼ਨ ਕਰਕੇ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰਿ ਕੇ ਦਰਸ ਸਮਾਇਆ। ਕਿ ਜੋ ਨਾਮ ਦੇ ਵਿੱਚ ਰੰਗੇ ਹੋਏ ਹਨ, ਆਪਣਾ ਜਨਮ ਸਫਲਾ ਕਰਕੇ ਜਾਂਦੇ ਹਨ, ਉਹ ਇਸ ਦੇਹ ਵਿੱਚ ਇੱਕੋ ਵਾਰ ਆਉਂਦੇ ਹਨ, ਮੁੜ ਕੇ ਜੂਨੀਆਂ ਵਿੱਚ ਨਹੀਂ ਆਉਂਦੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਹਰੀ ਪਰਮੇਸ਼ਰ ਦੇ ਦਰਸ਼ਨ ਕਰਕੇ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ ਕਿ ਜਿਨ੍ਹਾਂ ਨੇ ਆ ਕੇ ਇੱਥੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਹੈ, ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਏ ਹਨ।